प्यारे विद्यार्थियों, मैं ਤੁਹਾਡਾ ਸਭ ਦਾ ਆਪਣੇ YouTube ਚੈਨਲ ਤੇ ਬਹੁਤ-ਬਹੁਤ ਸਵਾਗਤ ਕਰਦਾ ਹਾਂ। ਅਸੀਂ ਅੱਜ ਦੀ ਇਸ ਵੀਡੀਓ ਦੇ ਵਿੱਚ ਟਰਾਂਸਫਾਰਮਰ ਦਾ ਚੈਪਟਰ ਡਿਸਕਸ ਕਰਨ ਜਾ ਰਹੇ ਹਾਂ। ਟਰਾਂਸਫਾਰਮਰ ਦੇ ਮਲਟੀਪਲ ਚੁਆਇਸ ਕੁਐਸਚਨ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਟਰਾਂਸਫਾਰਮਰ ਦੇ ਕੁਝ ਟਰਾਂਸਫਾਰਮਰ ਦੇ ਨਾਲ ਜੋ ਬੇਸਿਕ ਟਰਮਸ ਹੈ ਉਹਨੂੰ ਅਸੀਂ ਡਿਸਕਸ ਕਰਾਂਗੇ। ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਅਗਰ ਤੁਸੀਂ ਚੈਨਲ ਤੇ ਨਵੇਂ ਹੋ, ਅਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਇਸ ਦੇ ਨਾਲ ਬੈਲ ਆਈਕਨ ਨੂੰ ਪ੍ਰੈਸ ਕਰੋ ਤਾਂ ਕਿ ਹਰ ਇਨਫੋਰਮੇਟਿਵ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ। ਅਗਰ ਤੁਹਾਨੂੰ ਵੀਡੀਓ ਅੱਛੀ ਲੱਗੇ ਤਾਂ ਵੀਡੀਓ ਨੂੰ ਲਾਈਕ ਔਰ ਸ਼ੇਅਰ ਜ਼ਰੂਰ ਕਰਨਾ। ਤੋ ਸਕਰੀਨ ਦੇ ਵਿੱਚ ਜੋ ਤੁਸੀਂ ਡਾਇਗਰਾਮ ਦੇਖ ਰਹੇ ਹੋ ਟਰਾਂਸਫਾਰਮਰ ਦੀ ਡਾਇਗਰਾਮ ਹੈ। ਸਭ ਤੋਂ ਪਹਿਲਾਂ ਕਿ ਟਰਾਂਸਫਾਰਮਰ ਕੀ ਹੈ। ਟਰਾਂਸਫਾਰਮਰ ਇੱਕ ਸਟੈਟਿਕ ਡਿਵਾਈਸ ਹੈ। ਤੁਸੀਂ ਡਿਵਾਈਸ ਜਾਂ ਸਟੈਟਿਕ ਡਿਵਾਈਸ ਜਾਂ ਮਸ਼ੀਨ ਕਹਿ ਸਕਦੇ ਹੋ, ਜਿਹਦੇ ਵਿੱਚ ਅਸੀਂ ਵੋਲਟੇਜ ਦਾ ਲੈਵਲ ਇਨਕਰੀਜ਼ ਔਰ ਡਿਕਰੀਜ਼ ਕਰਦੇ ਹਾਂ ਵਿਦਾਊਟ ਚੇਂਜ ਆਫ ਫਰੀਕੁਐਂਸੀ। ਫਰੀਕੁਐਂਸੀ ਚੇਂਜ ਕੀਤੇ ਬਿਨਾ ਇਹ ਜੋ ਡਿਵਾਈਸ ਹੈ ਵੋਲਟੇਜ ਦਾ ਲੈਵਲ ਇਨਕਰੀਜ਼ ਔਰ ਡਿਕਰੀਜ਼ ਕਰਦਾ। ਇਹਨੂੰ ਅਸੀਂ ਸਟੈਟਿਕ ਡਿਵਾਈਸ ਇਸ ਲਈ ਕਹਿੰਦੇ ਹਾਂ, ਸਟੈਟਿਕ ਵਰਡ ਇੱਥੇ ਯੂਜ਼ ਹੋਇਆ ਕਿ ਇਸ ਦੇ ਵਿੱਚ ਕੋਈ ਵੀ ਜੋ ਹੈ ਮੂਵਿੰਗ ਪਾਰਟ ਨਹੀਂ ਹੈ। ਇਹ ਜੋ ਡਿਵਾਈਸ ਹੈ ਸਟੇਸ਼ਨਰੀ ਹੈ, ਇਸ ਕਰਕੇ ਇਹਨੂੰ ਅਸੀਂ ਸਟੈਟਿਕ ਡਿਵਾਈਸ ਦੇ ਨਾਲ ਡਿਨੋਟ ਕਰਦੇ ਹਾਂ ਕਿ ਟਰਾਂਸਫਾਰਮਰ ਇੱਕ ਸਟੈਟਿਕ ਡਿਵਾਈਸ ਹੈ ਜੋ ਕਿ ਅਸੀਂ ਯੂਜ਼ ਕਰਦੇ ਹਾਂ ਵੋਲਟੇਜ ਦੇ ਲੈਵਲ ਨੂੰ ਇਨਕਰੀਜ਼ ਔਰ ਡਿਕਰੀਜ਼ ਕਰਨ ਦੇ ਲਈ। ਉਸ ਤੋਂ ਬਾਅਦ ਇਹ ਟਰਾਂਸਫਾਰਮਰ ਦੀ ਜੋ ਤੁਸੀਂ ਡਾਇਗਰਾਮ ਦੇਖ ਸਕਦੇ ਹੋ, ਇਹ ਸਾਡੇ ਕੋਲ ਪ੍ਰਾਇਮਰੀ ਵਾਈਂਡਿੰਗ ਹੈ ਔਰ ਇਹ ਸਾਡੇ ਦੇ ਕੋਲ ਸੈਕੰਡਰੀ ਵਾਈਂਡਿੰਗ ਹੈ। ਜਿਸ ਸਾਈਡ ਦੇ ਅਸੀਂ ਵੋਲਟੇਜ ਅਪਲਾਈ ਕਰਦੇ ਹਾਂ ਉਹਨੂੰ ਅਸੀਂ ਪ੍ਰਾਇਮਰੀ ਵਾਈਂਡਿੰਗ ਕਹਿੰਦੇ ਹਾਂ। ਜਿਸ ਸਾਈਡ ਦੇ ਅਸੀਂ ਲੋਡ ਕਨੈਕਟ ਕਰਦੇ ਹਾਂ ਉਸ ਨੂੰ ਅਸੀਂ ਸੈਕੰਡਰੀ ਵਾਈਂਡਿੰਗ ਕਹਿੰਦੇ ਹਾਂ। ਉਸ ਤੋਂ ਬਾਅਦ ਹੈ ਜਦੋਂ ਅਸੀਂ ਵੋਲਟੇਜ ਅਲਟਰਨੇਟਿੰਗ, ਇਸ ਦੇ ਵਿੱਚ ਜੋ ਟਰਾਂਸਫਾਰਮਰ ਹੈ ਇਹ ਡੀਸੀ ਸਪਲਾਈ ਦੇ ਕੰਮ ਨਹੀਂ ਕਰਦਾ। ਟਰਾਂਸਫਾਰਮਰ ਜੋ ਹੈ ਏਸੀ ਸਪਲਾਈ ਦੇ ਕੰਮ ਕਰਦਾ। ਜਦੋਂ ਅਸੀਂ ਏਸੀ ਸਪਲਾਈ ਟਰਾਂਸਫਾਰਮਰ ਦੀ ਪ੍ਰਾਇਮਰੀ ਵਾਈਂਡਿੰਗ ਨੂੰ ਦਿੰਦੇ ਹਾਂ ਅਤੇ ਇਸ ਦੇ ਵਿੱਚ ਕੀ ਹੁੰਦਾ ਹੈ ਅਲਟਰਨੇਟਿੰਗ ਫਲਕਸ ਪ੍ਰੋਡਿਊਸ ਹੁੰਦਾ ਹੈ। ਇਹ ਜੋ ਤੁਸੀਂ ਡਾਇਗਰਾਮ 'ਚ ਦੇਖ ਸਕਦੇ ਹੋ ਇਹ ਅਲਟਰਨੇਟਿੰਗ ਫਲਕਸ, ਇਹ ਜੋ ਹੈ ਅਲਟਰਨੇਟਿੰਗ ਫਲਕਸ ਪ੍ਰੋਡਿਊਸ ਹੁੰਦਾ ਹੈ ਕੋਰ ਦੇ ਵਿੱਚ। ਔਰ ਇਹ ਜੋ ਅਲਟਰਨੇਟਿੰਗ ਫਲਕਸ ਹੈ ਇਹ ਲਿੰਕ ਕਰ ਰਿਹਾ ਹੈ ਬੋਥ ਵਾਈਂਡਿੰਗ ਨੂੰ, ਯਾਨੀ ਕਿ ਪ੍ਰਾਇਮਰੀ ਔਰ ਸੈਕੰਡਰੀ ਵਾਈਂਡਿੰਗ ਨੂੰ ਇਹ ਲਿੰਕ ਕਰ ਰਿਹਾ ਹੈ ਮੈਗਨੈਟਿਕਲੀ, ਯਾਨੀ ਕਿ ਇਹ ਮੈਗਨੈਟਿਕਲੀ ਲਿੰਕ ਕਰ ਰਿਹਾ ਨਾ ਕਿ ਇਲੈਕਟ੍ਰੀਕਲੀ। ਮੈਗਨੈਟਿਕਲੀ ਇਹ ਲਿੰਕ ਕਰ ਰਿਹਾ। ਪ੍ਰਾਇਮਰੀ ਔਰ ਸੈਕੰਡਰੀ ਵਾਈਂਡਿੰਗ ਆਪਸ ਵਿੱਚ ਕੀ ਹੈ ਮੈਗਨੈਟਿਕਲੀ ਲਿੰਕ ਕਰ ਰਹੀ ਹੈ ਔਰ ਜਿਸ ਦੇ ਨਾਲ ਕੀ ਹੋ ਗਿਆ EMF ਇੰਡਿਊਸ ਹੋ ਰਹੀ ਹੈ ਅਕੋਰਡਿੰਗ ਟੂ ਫੈਰਾਡੇ ਲਾ ਆਫ ਇਲੈਕਟ੍ਰੋਮੈਗਨੈਟਿਕ ਇੰਡਕਸ਼ਨ। तो जो प्राइमरी साइड साढ़े को EMF इंड्यूस हो रही है उन्होंने असी E1 ਦੇ ਨਾਲ डिनोट कर रहे हैं और जो सैकेंडरी साइड ਦੇ EMF इंड्यूस हो रही है उन्होंने असी कहने हैं जी E2। अगर असी फैराडे ला इलैक्ट्रोमैगनैटिक इंडक्शन की गल करते हैं तो फैराडे ला किस ते काम करता है कि जदों असी किसी कंडक्टर नूं अल्टरनेटिंग मैगनैटिक फील्ड दे विच रखते हैं तो उस दे विच EMF इंड्यूस होंदी है। तो जदों असी ਇੱਥੇ ਅਲਟਰਨੇਟਿੰਗ ਫੀਲਡ ਜਿਹੜਾ ਅਸੀਂ ਅਪਲਾਈ ਕੀਤਾ ਤਾਂ ਉਸ ਦੇ ਨਾਲ ਕੀ ਹੋ ਗਿਆ, ਇਸ ਦੇ ਵਿੱਚ ਕੀ ਹੋ ਗਿਆ EMF ਇੰਡਿਊਸ ਹੋ ਗਈ E1 ਔਰ ਸੈਕੰਡਰੀ ਸਾਈਡ 'ਤੇ ਜੋ EMF ਇੰਡਿਊਸ ਹੋ ਗਈ ਹੈ ਉਹ ਹੋ ਗਈ ਜੀ E2। ਉਸ ਤੋਂ ਬਾਅਦ ਹੈ ਜਦੋਂ ਸੈਕੰਡਰੀ ਦੇ ਵਿੱਚ EMF ਇੰਡਿਊਸ ਹੁੰਦੀ ਹੈ ਅਤੇ ਜਦੋਂ ਅਸੀਂ ਸੈਕੰਡਰੀ ਸਾਈਡ ਲੋਡ ਕਨੈਕਟ ਕਰਦੇ ਹਾਂ ਤਾਂ ਜਦੋਂ ਸਾਡਾ ਸਰਕਟ ਜਿਹੜਾ ਕਲੋਜ਼ਡ ਹੋ ਜਾਂਦਾ ਹੈ ਅਤੇ ਇਸ ਦੇ ਵਿੱਚ ਜਿਹੜਾ ਕਰੰਟ ਹੈ ਉਹ ਇੰਡਿਊਸ ਹੋ ਜਾਂਦਾ ਹੈ ਔਰ ਇਹ ਜੋ ਕਰੰਟ ਹੈ ਇਹਨੂੰ ਅਸੀਂ I2 ਦੇ ਨਾਲ ਡਿਨੋਟ ਕਰਦੇ ਹਾਂ। ਜੋ ਸੈਕੰਡਰੀ ਸਾਈਡ ਕਰੰਟ ਹੈ ਉਹ I2 ਦੇ ਨਾਲ ਡਿਨੋਟ ਕਰਦੇ ਹਾਂ ਔਰ ਜੋ ਪ੍ਰਾਇਮਰੀ ਸਾਈਡ ਕਰੰਟ ਹੈ ਉਸ ਨੂੰ ਅਸੀਂ I1 ਦੇ ਨਾਲ ਡਿਨੋਟ ਕਰਦੇ ਹਾਂ। ਉਸ ਤੋਂ ਬਾਅਦ ਅਸੀਂ ਗੱਲ ਕਰਦੇ ਹਾਂ ਟਰਾਂਸਫਾਰਮਰ ਦੀ ਰੇਸ਼ੋ। ਜੋ ਟਰਾਂਸਫਾਰਮਰ ਦੀ ਰੇਸ਼ੋ ਹੈ ट्रांसफार्मर रेशो ਨੂੰ ਅਸੀਂ K ਦੇ ਨਾਲ डिनोट करते हैं। ਇਹ ਜਿਹੜੀ ਰੇਸ਼ੋ ਹੈ ਇਹ ਹੁੰਦੀ ਹੈ ਜੀ V2/V1, यानी कि ਸੈਕੰਡਰੀ ਵੋਲਟੇਜ डिवाइडेड बाय ਸੈਕੰਡਰੀ ਵੋਲਟੇਜ। ਇਹਨੂੰ ਅਸੀਂ ਕਹਿੰਦੇ ਹਾਂ ट्रांसफार्मर रेशो। ਇਹਨੂੰ ਅਸੀਂ ਇਕੁਅਲ ਕਰ ਸਕਦੇ ਹਾਂ ਜੀ ਸੈਕੰਡਰੀ EMF
ਤੇ ਪ੍ਰਾਇਮਰੀ EMF ਉਧਰੋਂ ਬਰਾਬਰ ਹੋ ਜਾਂਦਾ ਹੈ ਸੈਕੰਡਰੀ ਨੰਬਰ ਆਫ ਟਰਨ ਤੇ ਪ੍ਰਾਇਮਰੀ ਨੰਬਰ ਆਫ ਟਰਨ। ਇਹ ਜਿਹੜੀ ਵੈਲਿਊ ਹੈ ਕਿਸ ਦੇ ਬਰਾਬਰ ਹੁੰਦੀ ਹੈ ਜੀ K, ਇਹਨੂੰ ਕਹਿੰਦੇ ਆ ਟਰਾਂਸਫਾਰਮੇਸ਼ਨ ਰੇਸ਼ੋ, ਟਰਾਂਸਫਾਰਮਰ ਰੇਸ਼ੋ, ਔਰ K ਦੇ ਨਾਲ ਡਿਨੋਟ ਕਰਦੇ हैं। ये जो EMF है ये डिपेंड करती है नंबर ऑफ टर्नस दे, नंबर ऑफ टर्न दे डिपेंड करती है। अगर साढ़े को नंबर ऑफ टर्न प्राइमरी साइड ज़्यादा है तो प्राइमरी साइड EMF जी ज़्यादा इंड्यूस होएगी। अगर साढ़े को नंबर ऑफ टर्न जी है सैकेंडरी दे विच ज़्यादा है तो EMF जी है सैकेंडरी साइड ज़्यादा होएगी। यानी कि जो EMF है वो टोटली डिपेंड करती है नंबर ऑफ टर्न के उपर। उस तो बाद जी ट्रांसफार्मर रेशो है वो असी उन्होंने डिनोट करते हैं K दे नाल। अगर साढ़े को ट्रांसफार्मर की रेशो जी ग्रेटर दैन 1 आती है, ग्रेटर दैन 1 आती है, उस केस दे विच साढ़े को जो ट्रांसफार्मर है उन्होंने असी कहने जी स्टैप अप ट्रांसफार्मर, उन्होंने असी कहने स्टैप अप ट्रांसफार्मर। जिमें तुसी देख सकते हो जो V2 V1, अगर V2 साइड की जी वोल्टेज ज़्यादा है तो V1 की जी वोल्टेज है यानी कि प्राइमरी की वोल्टेज घट है, तो इस केस विच जी वोल्टेज की जी वैल्यू K की रेशो जी K की वैल्यू है वो 1 तो ज़्यादा आएगी यानी कि ग्रेटर दैन 1। तो इनू असी कहांगे स्टैप अप ट्रांसफार्मर। उस तो बाद अगर K की वैल्यू जी है लैस दैन 1 है, K की वैल्यू जी है लैस दैन 1, 1 तो अगर घट है तो उस केस दे विच असी कह दें जी स्टैप डाउन, यानी कि सैकेंडरी साइड की जी वोल्टेज है वो घट होएगी तो जी प्राइमरी साइड की जी वोल्टेज है वो की होएगी ज़्यादा होएगी। जदों प्राइमरी साइड वोल्टेज ज़्यादा होएगी सैकेंडरी साइड घट होएगी तो उन्होंने असी कह दें जी स्टैप डाउन ट्रांसफार्मर। कई बार क्वेश्चन इस तरह का आ जाता है कि अगर K की वैल्यू, अगर K की वैल्यू ग्रेटर दैन 1 है वो केड़ा ट्रांसफार्मर होएगा। अगर K की वैल्यू ग्रेटर दैन 1 है तो वो आ जाएगा जी स्टैप अप ट्रांसफार्मर। अगर साढ़े को K की वैल्यू लैस दैन 1 है तो वो केड़ा ट्रांसफार्मर होएगा, वो होएगा जी स्टैप डाउन ट्रांसफार्मर। ये कुछ इंपोर्टेंट टर्म सी। उस तो बाद अगर ट्रांसफार्मर की कोर की गल करते हैं तो ये ट्रांसफार्मर की कोर है जिहड़े कि सिलिकॉन स्टील मटीरियल की जिहड़ी है बनी हुंदी है। और ट्रांसफार्मर जिहड़ा वो AC दे काम करता है ना कि DC दे काम करता है। और ट्रांसफार्मर दे नाल असी वोल्टेज का लैवल जिहड़ा इनक्रीज़ और डिक्रीज़ कर सकते हैं और विदाउट चेंज ऑफ फ्रीकुएंसी। अगर असी फ्रीकुएंसी की गल करते हैं तो इंडिया में जी फ्रीकुएंसी असी यूज़ करते हैं वो आती है जी फ्रीकुएंसी यानी यूज़ करते हैं 50 हर्ट्स। 50 हर्ट्स जिहड़ी है फ्रीकुएंसी असी यूज़ करते हैं इंडिया दे विच। तो ये ट्रांसफार्मर दे नाल कुछ बेसिक पॉइंट सी। हुण असी जिहड़े इस दे नाल जिहड़े न्यूमेरिकल दे क्वेश्चन वो असी डिस्कस करते हैं। तो सब तो पहला क्वेश्चन है स्टैप अप ट्रांसफार्मर विच प्राइमरी ਅਤੇ ਸੈਕੰਡਰੀ साइड के सर्किट दे विच बिजली ऊर्जा की फ्रीकुएंसी किस अनुपात हुंदी है। हुणे असी कीता सी एक साडे को प्राइमरी वाइंडिंग है, एक साडे कोल सैकंडरी वाइंडिंग है। और इस दी डेफिनेशन दे विच ये आया कि ट्रांसफार्मर की करता है वोल्टेज लैवल नूं इनक्रीज़ और डिक्रीज़ करता विदाउट चेंज ऑफ फ्रीकुएंसी। तो इस दे विच जो फ्रीकुएंसी है वो चेंज नहीं होएगी, इस कारण इसकी जो रेशो है प्राइमरी और सैकंडरी साइड जिहड़ी है फ्रीकुएंसी सेम रहेगी। तो इसकी रेशो कितनी आएगी 1:1। ऑप्शन थर्ड इसका जो है राइट आंसर आ जाएगा। नेक्स्ट क्वेश्चन है स्टैप डाउन ट्रांसफार्मर 11/04 kV ट्रांसफार्मर सैकंडरी वोल्टेज कितनी होएगी। देखो जी 11
0.4 kV। ठीक है जी। kV ਦੇ ਵਿੱਚ ਕਿੰਨਾ ਹੁੰਦਾ ਹੈ 1000 ਵੋਲਟ ਹੁੰਦਾ ਹੈ। kV ਦੇ ਵਿੱਚ ਕਿੰਨਾ ਹੁੰਦਾ ਹੈ 1000 ਵੋਲਟ। ਹੁਣ ਇਹਦਾ ਮੀਨਸ ਹੈ ਕਿ ਇਹ ਸਾਡੇ ਕੋਲ ਜਿਹੜੀ ਪ੍ਰਾਇਮਰੀ ਸਾਈਡ ਜਿਹੜੀ ਵੋਲਟੇਜ ਹੈ ਉਹ ਕਿੰਨੀ ਹੋਣੀ ਹੈ ਜੀ 11000 ਔਰ ਸੈਕੰਡਰੀ ਸਾਈਡ ਜਦੋਂ ਨੂੰ 1000 ਨਾਲ 0.4 ਨੂੰ ਮਲਟੀਪਲਾਈ ਕਰਾਂਗੇ ਤਾਂ ਕਿੰਨਾ ਆ ਜਾਣਾ ਜੀ 400। कितना आ जाना है 400। तो प्राइमरी साइड जी वोल्टेज है वो 11000 है और सैकेंडरी साइड जी वोल्टेज है वो कितनी आ जाएगी जी 400 वोल्ट। तो ऑप्शन सैकेंड इस दा जोड़ा राइट आंसर आ जाएगा। नैक्सट क्वेश्चन है 11/04 kV। ठीक है जी। kV नूं असीं इक्वल करने 1000 वोल्ट। तो क्वेश्चन है कि 11/0.4 kV ट्रांसफार्मर की जी प्राइमरी साइड की वोल्टेज है वो कितनी होएगी जी प्राइमरी साइड वोल्टेज कितनी होएगी जी 11000 वोल्ट। नैक्सट क्वेश्चन नंबर 4 है जिस है कि स्टैप अप ट्रांसफार्मर के नाल की वधाया जाता है। स्टैप अप ट्रांसफार्मर का की वधाया है जी वोल्टेज। स्टैप अप वोल्टेज यानी कि वोल्टेज नूं वधाना। नैक्सट क्वेश्चन नंबर 5 है जिस ट्रांसफार्मर की कोर किहड़े पदार्थ की बनी हुंदी है तो ये बनी हुंदी है जी सिलिकॉन स्टील मटीरियल की बनी हुंदी है। ट्रांसफार्मर की जिहड़ी कोर है वो सिलिकॉन स्टील मटीरियल की बनी हुंदी है। ये इस कारण बनी हुंदी है कि इस दे विच एडी करंट लॉस नूं रिड्यूस करन दे लई जिहड़ी ट्रांसफार्मर की जिहड़ी कोर है वो सिलिकॉन स्टील मटीरियल दी और इत्थे थिन लैमीनेशन की जिहड़ी है लेयर चढ़ाई दी हुंदी है इस दे उपर और इस दे विच असीं स्टिप्स जिहड़ी है यूज़ करते हैं ट्रांसफार्मर दे विच। नैक्सट क्वेश्चन है अजकल 100 kVA तक समर्था वाले जिहड़े डिस्ट्रीब्यूशन ट्रांसफार्मर की जिहड़ी कोइल है कोइलां किहड़े पदार्थ दीआं बनियां हुंदियां वो एलूमीनियम दीआं बनियां हुंदियां। नैक्सट क्वेश्चन है पावर ट्रांसफार्मर दी कोइलां किहड़े पदार्थ दीआं बनियां हुंदियां। पावर ट्रांसफार्मर जिहड़े असीं सब स्टेशनां दे विच यूज़ करते हैं उन्होंने असीं कहने जी पावर ट्रांसफार्मर। जिहड़े साडे लोड सेंटर दे लगे दे हुंदे आ नियर बाई घरां दे लागे उन्होंने असीं कहंदे डिस्ट्रीब्यूशन ट्रांसफार्मर जिੱਥੋਂ असीं डिस्ट्रीब्यूट करते हैं सप्लाई नूं। ते पावर ट्रांसफार्मर जिहड़े साडे सब स्टेशनां दे विच लगे हुंदे आ उन्हां नूं असीं कहंदे पावर ट्रांसफार्मर। ते उन्हां दी जिहड़ी वाइंडिंग है वो उन्हां दी जिहड़ी कोइल है जां तुसीं वाइंडिंग कह सकदे हो कॉपर दी बनी दी हुंदी है। नैक्सट क्वेश्चन नंबर 8 है जिस दे विच है कि पावर ट्रांसफार्मरां विच वोल्टेज रैगूलेट करन दे लई वरतिया जाण वाला टैप चेंजर किहड़ी वाइंडिंग ते लग्गिया हुंदा है। ये लग्गिया हुंदा है जी प्राइमरी दे। ये लग्गिया हुंदा है प्राइमरी वाइंडिंग दे। जिहड़े पावर ट्रांसफार्मर दे विच जदों वोल्टेज नूं रैगूलेट करन दे लई जिहड़ा टैप चेंजर हुंदा है वोल्टेज दा लैवल नूं इनक्रीज़ डिक्रीज़ करन वास्ते ये प्राइमरी वाइंडिंग ते लग्गिया हुंदा है। और जिहड़ा टैप चेंजर है ये दो तरह दे हुंदे, एक ऑनलाइन टैप चेंजर ते एक हुंदा है ऑफलाइन टैप चेंजर। नैक्सट क्वेश्चन नंबर 9 है जिस दे विच है कि पावर ट्रांसफार्मर विच वरतिया जाण वाला टैप चेंजर किस काम दे लई वरतिया जाता है। ये वरतिया जाता है जी वोल्टेज कंट्रोल करन दे लई। वोल्टेज नूं कंट्रोल करन दे लई ये टैप चेंजर जिहड़ा यूज़ किया जाता है। नैक्सट क्वेश्चन है कि आम वरतों विच आउण वाले लोड टैप चेंजर विच किन्ने टैप हुंदे हन। इस ऑप्शन दे विच 17 है जी और इस वेले जिहड़े टैप चेंजर 33 तक जिहड़े आ वो आ चुके हैं। 33 तक यूज़ होंदे हैं जो लेटेस्ट है। ठीक है जी। ये पहले सिलेबस के अकॉर्डिंग यानी कि 17 सी। इस वेले जो लेटेस्ट है वो 33 तक जिहड़े आ वो यूज़ किए जाते हैं। नैक्सट क्वेश्चन है कि ऑन लोड टैप चेंजर विच हर एक स्टैप नाल किन्ने प्रतिशत जिहड़ी वोल्टेज है वो बदलती है। किन्ने प्रतिशत जिहड़ी वोल्टेज है वो बदलती है। तो इसका जो राइट आंसर है 1.25%। 1.25% जिहड़ा इसका राइट आंसर है। नैक्सट क्वेश्चन है कि आम वरतों विच आउण वाले ऑन लोड टैप चेंजर की जिहड़ी वोल्टेज रेंज है वो कितनी हुंदी है। वो
+5 ਤੋਂ ਲੈ ਕੇ -15% ਦੇ ਵਿੱਚ ਜਿਹੜੀ ਹੈ ਇਸ ਦੀ ਜਿਹੜੀ ਰੇਂਜ ਹੈ ਉਹ ਹੁੰਦੀ ਹੈ। ਨੈਕਸਟ ਕੁਐਸਚਨ ਨੰਬਰ 13 ਜਿਸ ਦੇ ਵਿੱਚ ਹੇਠ ਲਿਖਿਆਂ ਵਿੱਚੋਂ ਕਿਹੜਾ ਠੀਕ ਹੈ। ਆਪਸ਼ਨ ਹੈ ਕਿ ਔਨ ਲੋਡ ਟੇਪ ਚੇਂਜਰ ਦੇ ਟੈਪ ਬਦਲਣ ਦੇ ਲਈ ਟਰਾਂਸਫਾਰਮਰ ਬੰਦ ਕਰਨਾ ਪੈਂਦਾ ਹੈ। ਨਹੀਂ ਜੀ, ਇਹ ਆਪਸ਼ਨ ਜਿਹੜੀ ਗਲਤ ਹੈ। ਆਫ ਲੋਡ ਟੈਪ ਚੇਂਜਰ ਦੇ ਲਈ ਟੈਪ ਚਲਦੇ ਟਰਾਂਸਫਾਰਮਰ 'ਤੇ ਬਦਲਿਆ ਜਾ ਸਕਦਾ, ਇਹ ਵੀ ਗਲਤ ਹੈ। ਨੈਕਸਟ ਕੁਐਸਚਨ ਹੈ ਕਿ ਔਨ ਲੋਡ ਟੈਪ ਚੇਂਜਰ 'ਤੇ ਟੈਪ ਚਲਦੇ ਟਰਾਂਸਫਾਰਮਰ ਦੇ ਬਦਲੇ ਜਾ ਸਕਦੇ ਹਨ। ਜਿਹੜਾ ਔਨ ਲੋਡ ਟੈਪ ਚੇਂਜਰ ਹੈ ਇਹ ਟਰਾਂਸਫਾਰਮਰ ਦੇ ਚਲਦੇ ਹੀ ਬਦਲਿਆ ਜਾਂਦਾ ਹੈ, ਔਰ ਜਿਹੜਾ ਆਫ ਲੋਡ ਟੈਪ ਚੇਂਜਰ ਹੈ ਉਹ ਟਰਾਂਸਫਾਰਮਰ ਨੂੰ ਬੰਦ ਕਰਕੇ ਬਦਲਿਆ ਜਾਂਦਾ ਹੈ। ਉਹ ਟਰਾਂਸਫਾਰਮਰ ਨੂੰ ਬੰਦ ਕਰਕੇ ਬਦਲਿਆ ਜਾਂਦਾ, ਅਤੇ ਜਿਹੜਾ ਔਨ ਲੋਡ ਹੈ ਟੈਪ ਚੇਂਜਰ ਹੈ ਉਹ ਟਰਾਂਸਫਾਰਮਰ ਨੂੰ ਯਾਨੀ ਕਿ ਟਰਾਂਸਫਾਰਮਰ ਦੇ ਚਲਦੇ ਹੀ ਬਦਲਿਆ ਜਾਂਦਾ ਹੈ। ਅਤੇ ਆਪਸ਼ਨ 3 ਇਸ ਦਾ ਜੋ ਹੈ ਰਾਈਟ ਆਂਸਰ ਹੈ। ਨੈਕਸਟ ਕੁਐਸਚਨ ਹੈ ਕਿ ਟਰਾਂਸਫਾਰਮਰ ਕਿਹੜੇ ਸਿਧਾਂਤ 'ਤੇ ਕੰਮ ਕਰਦਾ ਹੈ, ਅਤੇ ਇਹ ਕਰਦਾ ਜੀ ਮਿਊਚੁਅਲ ਇੰਡਕਟੈਂਸ ਇਸ ਦੇ ਕੰਮ ਕਰਦਾ ਹੈ। ਆਪਸ਼ਨ 1 ਇਸ ਦਾ ਜੋ ਹੈ ਰਾਈਟ ਆਂਸਰ ਹੈ। ਨੈਕਸਟ ਕੁਐਸਚਨ ਨੰਬਰ 15 ਜਿਸ ਦੇ ਵਿੱਚ ਹੈ ਕਿ ਸਟੈਪ ਅਪ ਟਰਾਂਸਫਾਰਮਰ ਨਾਲ ਕੀ ਹੁੰਦਾ ਹੈ, ਵੋਲਟੇਜ ਘਟਦੀ ਹੈ ਜਾਂ ਵੋਲਟੇਜ ਵੱਧਦੀ ਹੈ, ਜਾਂ ਕਰੰਟ ਵੱਧਦਾ ਹੈ ਜਾਂ ਕਰੰਟ ਘਟਦਾ ਹੈ। ਤਾਂ ਇਸ ਦਾ ਆਂਸਰ ਕੀ ਆ ਜਾਏਗਾ ਜੀ, ਵੋਲਟੇਜ ਵੱਧਦੀ ਹੈ ਅਤੇ ਕਰੰਟ ਵੀ ਕੀ ਆ ਜਾਏਗਾ, ਕਰੰਟ ਘਟਦਾ ਹੈ। ਇਸ ਦਾ ਆਪਸ਼ਨ 3 ਆ ਜਾਏਗਾ ਜੀ। ਆਪਸ਼ਨ 3 ਇਸ ਦਾ ਰਾਈਟ ਆਂਸਰ ਆਏਗੀ, ਵੋਲਟੇਜ ਵਧੇਗੀ ਅਤੇ ਕਰੰਟ ਘਟੇਗਾ। ਵੋਲਟੇਜ ਘਟੇਗੀ ਅਤੇ ਕਰੰਟ ਵਧੇਗਾ। ਠੀਕ ਹੈ ਜੀ, ਇਹ ਇਨਵਰਸ ਹੁੰਦਾ ਹੈ, ਵੋਲਟੇਜ ਦੇ ਇਨਵਰਸ ਹੁੰਦਾ। ਜਿਹੜੀ ਅਸੀਂ ਰੇਸ਼ੋ ਲੈਂਦੇ ਹਾਂ, ਰੇਸ਼ੋ ਅਸੀਂ ਲੈਂਦੇ ਹਾਂ ਜੀ E2/E1, ਉੱਧਰੋਂ ਆ ਜਾਂਦਾ ਸਾਡੇ ਕੋਲ ਜੀ N2/N1, ਅਤੇ ਕਰੰਟ ਦੀ ਜਿਹੜੀ ਰੇਸ਼ੋ ਹੁੰਦੀ ਹੈ ਉਹ ਆਉਂਦੀ ਹੈ ਇੱਥੇ ਆ ਜਾਏਗੀ ਕਰੰਟ ਦੀ ਰੇਸ਼ੋ I1 ਅਤੇ I2। ਜਿਹੜੀ ਕਰੰਟ ਦੀ ਰੇਸ਼ੋ ਹੁੰਦੀ ਹੈ ਇਨਵਰਸ ਹੁੰਦੀ ਹੈ, ਮੀਨਸ ਕਿ ਅਗਰ ਵੋਲਟੇਜ ਵੱਧ ਰਹੀ ਹੈ ਅਤੇ ਕਰੰਟ ਘਟੇਗਾ, ਅਗਰ ਵੋਲਟੇਜ ਘਟ ਰਹੀ ਹੈ ਅਤੇ ਕਰੰਟ ਵਧੇਗਾ। ਅਤੇ ਇਸ ਕਾਰਨ ਜੋ ਇਸ ਦਾ ਆਪਸ਼ਨ ਹੈ, ਆਪਸ਼ਨ 3 ਜਿਹੜਾ ਇਸ ਦਾ ਜੋ ਹੈ ਰਾਈਟ ਆਪਸ਼ਨ ਆ ਜਾਏਗਾ। ਨੈਕਸਟ ਕੁਐਸਚਨ ਨੰਬਰ 16 ਹੈ ਜਿਸ ਦੇ ਵਿੱਚ ਸਟੈਪ ਡਾਊਨ ਟਰਾਂਸਫਾਰਮਰ ਦੇ ਵਿੱਚ ਕੀ ਹੁੰਦਾ ਜੀ। ਹੁਣ ਇਸ ਦੇ ਵਿੱਚ ਕੀ ਹੋਏਗਾ ਕਿ ਵੋਲਟੇਜ ਜਿਹੜੀ ਹੈ ਉਹ ਘਟਦੀ ਹੈ ਅਤੇ ਕਰੰਟ ਕੀ ਹੈ, ਵੱਧਦਾ ਹੈ। ਤਾਂ ਇਸ ਦਾ ਆਪਸ਼ਨ ਇਸ ਦਾ ਵੀ ਕੀ ਆ ਜਾਏਗਾ 3, ਵੋਲਟੇਜ ਘਟੇਗੀ ਤਾਂ ਕਰੰਟ ਵਧੇਗਾ। ਨੈਕਸਟ ਕੁਐਸਚਨ ਨੰਬਰ 17 ਜਿਸ ਦੇ ਵਿੱਚ ਕਿ ਹੇਠ ਲਿਖਿਆਂ ਵਿੱਚੋਂ ਕਿਹੜੇ ਸਮੀਕਰਨ ਜਿਹੜਾ ਟਰਾਂਸਫੋਰਮੇਸ਼ਨ ਰੇਸ਼ੋ ਜਿਹਨੂੰ ਅਸੀਂ ਕਹਿੰਦੇ ਹਾਂ ਕਿ ਉਹ K ਦੇ ਨਾਲ ਡਿਨੋਟ ਕਰਦੇ ਹਾਂ। ਇਸ ਦੇ ਵਿੱਚ ਆ ਜਾਂਦਾ ਕਿ ਸੈਕੰਡਰੀ ਨੰਬਰ ਆਫ ਟਰਨ, ਨੀਚੇ ਆ ਜਾਂਦਾ ਪ੍ਰਾਇਮਰੀ ਨੰਬਰ ਆਫ ਟਰਨ। ਠੀਕ ਹੈ ਜੀ, ਇਹ ਬਰਾਬਰ ਹੁੰਦਾ ਸੈਕੰਡਰੀ ਵੋਲਟੇਜ ਅਤੇ ਨੀਚੇ ਆ ਜਾਏਗਾ ਪ੍ਰਾਇਮਰੀ ਵੋਲਟੇਜ। ਇਹਨੂੰ ਅਸੀਂ ਕਹਿੰਦੇ ਹਾਂ ਟਰਾਂਸਫੋਰਮੇਸ਼ਨ ਰੇਸ਼ੋ, ਅਤੇ ਆਪਸ਼ਨ 1 ਜੋ ਹੈ ਉਹ ਇਸ ਦਾ ਜੋ ਹੈ ਰਾਈਟ ਆਂਸਰ ਆ ਜਾਏਗਾ। ਨੈਕਸਟ ਕੁਐਸਚਨ ਨੰਬਰ 18 ਜਿਸ ਦੇ ਵਿੱਚ ਕਿ ਸਟੈਪ ਅਪ ਟਰਾਂਸਫਾਰਮਰ ਵਿੱਚ ਟਰਾਂਸਫੋਰਮੇਸ਼ਨ ਰੇਸ਼ੋ ਕਿੰਨੀ ਹੁੰਦੀ ਹੈ। ਸਟੈਪ ਅਪ ਟਰਾਂਸਫਾਰਮਰ ਵਿੱਚ ਜਿਹੜੀ ਰੇਸ਼ੋ ਹੈ ਉਹ ਕਿੰਨੀ ਹੁੰਦੀ ਹੈ, K 1 ਤੋਂ ਵੱਧ ਹੁੰਦੀ ਹੈ। K ਦੀ ਜਿਹੜੀ ਵੈਲਿਊ ਹੈ ਗ੍ਰੇਟਰ ਦੈਨ 1 ਯਾਨੀ ਕਿ 1 ਤੋਂ ਵੱਧ ਹੁੰਦੀ ਹੈ। ਆਪਸ਼ਨ 1 ਇਸ ਦਾ ਜੋ ਹੈ ਰਾਈਟ ਆਂਸਰ ਹੈ। ਨੈਕਸਟ ਕੁਐਸਚਨ ਹੈ ਕਿ ਸਟੈਪ ਡਾਊਨ ਟਰਾਂਸਫਾਰਮਰ ਦੇ ਵਿੱਚ ਜਿਹੜੀ ਟਰਾਂਸਫੋਰਮੇਸ਼ਨ ਰੇਸ਼ੋ ਹੈ ਉਸ ਦੀ ਵੈਲਿਊ ਕਿੰਨੀ ਹੁੰਦੀ ਹੈ, ਉਹ ਲੈਸ ਦੈਨ 1 ਯਾਨੀ ਕਿ 1 ਤੋਂ ਘੱਟ ਹੁੰਦੀ ਹੈ। ਆਪਸ਼ਨ 1 ਇਸ ਦਾ ਜੋ ਹੈ ਰਾਈਟ ਆਂਸਰ ਆ ਗਿਆ। ਨੈਕਸਟ ਕੁਐਸਚਨ ਨੰਬਰ 20 ਹੈ ਜਿਸ ਦੇ ਵਿੱਚ ਕਿ ਨੋ ਲੋਡ 'ਤੇ ਟਰਾਂਸਫਾਰਮਰ ਦਾ ਕੀ ਹੁੰਦਾ ਹੈ ਕਿ ਪ੍ਰਾਇਮਰੀ ਸਾਈਡ ਓਪਨ ਹੁੰਦੀ ਹੈ, ਸੈਕੰਡਰੀ ਸਾਈਡ ਓਪਨ ਹੁੰਦੀ ਹੈ। ਉਪਰੋਕਤ ਵਿੱਚ ਕੋਈ ਨਹੀਂ, ਜਾਂ ਇਹਨਾਂ ਦਾ ਜੋ ਰਾਈਟ ਆਂਸਰ ਹੋਗੀ ਸੈਕੰਡਰੀ ਵਾਈਂਡਿੰਗ ਜਦੋਂ ਓਪਨ ਹੁੰਦੀ ਹੈ ਇਹਨੂੰ ਅਸੀਂ ਕਹਿੰਦੇ ਨੋ ਲੋਡ, ਕਿਉਂਕਿ ਲੋਡ ਕਨੈਕਟ ਨਹੀਂ ਹੈ ਤਾਂ ਉਹਨੂੰ ਅਸੀਂ ਕਹਿੰਦੇ ਨੇ ਜੀ ਨੋ ਲੋਡ ਟਰਾਂਸਫਾਰਮਰ। ਨੈਕਸਟ ਕੁਐਸਚਨ ਨੰਬਰ 21 ਹੈ ਜਿਸ ਦੇ ਵਿੱਚ ਨੋ ਲੋਡ 'ਤੇ ਟਰਾਂਸਫਾਰਮਰ ਦੇ ਕਿਹੜੇ ਲੌਸਿਸ ਸਰਕਟ ਵਿੱਚ ਹੁੰਦੇ ਹਨ। ਨੋ ਲੋਡ ਦੇ ਹੁੰਦੇ ਜੀ ਆਇਰਨ ਲੌਸ,
नो लोड ते लॉसिस होंदे है आयरन लॉस। नैक्सट क्वेश्चन है ट्रांसफार्मर विच ब्रीदर दा की काम है। ब्रीदर दा की काम है? ट्रांसफार्मर दे अंदर जान वाली हवा दी नमी नूं सोखण दा काम करदा है। ब्रीदर की काम करदा है? ट्रांसफार्मर दे अंदर जान वाली हवा दी नमी नूं सोखण दा काम करदा है। ऑप्शन फर्स्ट इस दा जो है राइट आंसर है। इस दे विच असीं सिल्का जैल जिहड़ा यूज़ करते हैं। नैक्सट क्वेश्चन है ट्रांसफार्मर दे ब्रीथर विच किहड़ा पदार्थ हुंदा है तो उसका नाम की है जी सिल्का जैल। उसका नाम है सिल्का जैल। नैक्सट क्वेश्चन है ट्रांसफार्मर विच वरत्या जाने वाला जिहड़ा तेल दी किस्म है वो किहड़ी हुंदा? वो तेल हुंदा जी खनिज तेल। किहड़ा तेल हुंदा है? खनिज तेल। ऑप्शन फर्स्ट इज़ द राइट आंसर है जी खनिज तेल इज़ द जो है राइट आंसर है। नैक्सट क्वेश्चन नंबर 25 है कि ट्रांसफार्मर विच तेल किस काम दे लई वरत्या जांदा है? ट्रांसफार्मर दे विच तेल जिहड़ा इंसुलेशन वास्ते, ट्रांसफार्मर नूं ठंडा करन वास्ते, उपरोक्त दोवें यानी कि इंसुलेशन का भी काम करता है तो ट्रांसफार्मर नूं ठंडा भी रखता जदों इस दे विच हीट जिहड़ी है प्रोड्यूस हुंदी है। नैक्सट क्वेश्चन है ट्रांसफार्मर विच कंजरवेटर क्यों वरत्या जांदा है? ठंड ਅਤੇ ਗਰਮੀ ਦੇ ਨਾਲ ਤੇਲ ਦੀ ਐਕਸਪੈਂਸ਼ਨ ਤੇ ਕੰਟਰੈਕਸ਼ਨ ਨੂੰ ਚੱਲਣ ਦੇ ਲਈ ਟਰਾਂਸਫਾਰਮਰ ਦੇ ਵਿੱਚ ਜਿਹੜੀ ਕੰਜ਼ਰਵੇਟਰ ਦੀ ਅਸੀਂ ਵਰਤੋਂ ਕਰਦੇ ਹਾਂ ਉਹ ਕੀ ਹੁੰਦਾ ਹੈ ਕਿ ਟਰਾਂਸਫਾਰਮਰ ਦਾ ਤੇਲ ਜਿਹੜਾ ਠੰਡਾ ਔਰ ਗਰਮ ਹੋਣ ਦੇ ਨਾਲ ਕੀ ਹੁੰਦਾ ਹੈ? ਠੰਡਾ ਹੋਣ ਦੇ ਨਾਲ ਕੀ ਹੋਏਗਾ? ਕੰਟਰੈਕਸ਼ਨ ਹੋਏਗਾ ਉਸ ਦੇ ਵਿੱਚ, ਅਤੇ ਗਰਮ ਦੇ ਨਾਲ ਕੀ ਹੋਏਗਾ? ਐਕਸਪੈਂਸ਼ਨ ਹੋਏਗਾ। ਠੀਕ ਹੈ, ਤੋ ਐਕਸਪੈਂਸ਼ਨ ਅਤੇ ਕੰਟਰੈਕਸ਼ਨ ਨੂੰ ਝੱਲਣ ਦੇ ਲਈ ਅਸੀਂ ਕੰਜ਼ਰਵੇਟਰ ਦੀ ਜਿਹੜੀ ਹੈ ਵਰਤੋਂ ਉਹ ਕਰਦੇ ਹਾਂ। ਨੈਕਸਟ ਕੁਐਸਚਨ ਨੰਬਰ 27 ਹੈ ਜਿਸ ਦੇ ਵਿੱਚ ਹੈ ਕਿ ONA ਡਿਸਟਰੀਬਿਊਸ਼ਨ ਜਿਹੜਾ ਟਰਾਂਸਫਾਰਮਰ ਦੀ ਜਿਹੜੀ ਕੂਲਿੰਗ ਹੈ ਉਹ ਕਿਸ ਤਰ੍ਹਾਂ ਕੀਤੀ ਜਾਂਦੀ ਹੈ? ਉਹ ਕੀਤੀ ਜਾਂਦੀ ONAN। तो इसकी फुल फॉर्म आई है ऑयल नैचुरल तो एयर नैचुरल। नैक्सट क्वेश्चन नंबर 28 है जिस दे विच है कि ट्रांसफार्मर के तेल की जी डाइलैक्ट्रिक शक्ति है जिन्हों असी इंसुलेशन कह सकते हो तुसी, डाइलैक्ट्रिक स्ट्रैंथ या शक्ति है वो तरकीबन कितनी होंगी है? डैश KV होंगी है, वो होंगी जी 30 KV। इसकी जो है इंसुलेशन तेल की जी इंसुलेशन है वो 30 KV की होंगी है। नैक्सट क्वेश्चन है ट्रांसफार्मर की जी एफिशिएंसी है वो तकरीबन डैश होंगी है, वो 98% होंगी है जी ट्रांसफार्मर की एफिशिएंसी। सिर्फ एक ट्रांसफार्मर ही एक ऐसी मशीन है जिसकी जो एफिशिएंसी सब तो ज़्यादा होंगी है 98%। इसका कारण यह है कि ट्रांसफार्मर के कोई भी रोटेटिंग पार्ट नहीं होंदा, इस स्टैटिक डिवाइस होने के कारण इसकी जो एफिशिएंसी है वो ज़्यादा निकलती है। तो नैक्सट क्वेश्चन है ट्रांसफार्मर की जी वोल्टेज रेगूलेशन की समीकरण होंगी है वो क्या होंगी है कि नो लोड वोल्टेज माइनस लोड वोल्टेज तो डिवाइड कर दें असी नो वोल्टेज नाल साडे कोल जाती है वोल्टेज रेगूलेशन का फार्मूला बन जाता है, वोल्टेज रेगूलेशन के इक्वल हो जाती है। नैक्सट क्वेश्चन है ट्रांसफार्मर की जी कोर है वो चुंबकी पदार्थ की बनी होंगी है या गैर चुंबकी पदार्थ की बनी होंगी है ਜਾਂ उपरोक्त दोवें ਜਾਂ इन्हां विचों कोई भी नहीं। तो इसका जो राइट आंसर आ जाए ट्रांसफार्मर की कोर है वो किहदी बनी होंदी है? चुंबकी पदार्थ की बनी होंदी है। नैक्सट क्वेश्चन नंबर 32 है जिस कि ट्रांसफार्मर ते तेल नूं ठंडा करन दे लई हेठ लिखियां विचों की वरत्या जांदा है? ठंडा करन दे लई की वरत्या जांदा है? कंजरवेटर, ब्रीथर, रेडिएटर, सिल्का जैल। तो की वरत्या जांदा जी? रेडिएटर वरत्या जांदा है ट्रांसफार्मर के तेल नूं ठंडा करन दे लई। नैक्सट क्वेश्चन नंबर 33 है जिस कि ट्रांसफार्मर की जी कोर है वो लैमीनेट क्यों की जाती है? ट्रांसफार्मर की कोर है वो लैमीनेट की जाती है। इसका जो राइट आंसर है वो है जी ये एडी करंट घटाउण दे लई, एडी करंट घटाउण दे लई इनू लैमीनेट किया जाता है। नैक्सट क्वेश्चन है ट्रांसफार्मर की किहड़ी वाइंडिंग तो सप्लाई लई जाती है? सप्लाई कित्थों लई जाती है? सैकेंडरी वाइंडिंग तो।
ट्रांसफार्मर की किहड़ी वाइंडिंग तो सप्लाई ली जाती है। प्राइमरी नूं सप्लाई दी जाती है, दिंदे नूं असीं, और सैकेंडरी तो सप्लाई असीं लैंदे हैं। नैक्सट क्वेश्चन नंबर 35 है, जिस दे विच हेठ लिखिया विच किहड़े ट्रांसफार्मर दे लॉसिस हैं। कॉपर लॉस, आयरन लॉस, एडी करंट लॉस, उपरोक्त सारे। तो इसका जो राइट आंसर आ जाएगा ऑप्शन 4 है जी, कॉपर लॉस, आयरन लॉस, एडी करंट लॉस, सारे ही लॉसिस जो है ट्रांसफार्मर विच हुंदे हन। नैक्सट क्वेश्चन नंबर 36 है कि ट्रांसफार्मर के आयरन लॉस नापण दे लई किहड़ा टैसट किया जाता है। आयरन लॉस मापन दे लई असीं करदे जी ओपन सर्किट टैसट। ओपन सर्किट टैसट जिहड़ा किया जाता है, और ट्रांसफार्मर दे विच जिहड़ा कॉपर लॉस टैसट किया जाता है वो यानी कि किद्दां किया जाता है, शॉर्ट सर्किट टैसट। उन्होंने असीं कहने जी शॉर्ट सर्किट टैसट, जां तुसीं कह सकते कॉपर लॉस नूं कैलकुलेट यानी कि टैसट करने वास्ते असीं किहड़ा टैसट करते हैं जी, शॉर्ट सर्किट टैसट। असीं सैकेंडरी वाइंडिंग की जिहड़ी नंबर ऑफ टर्नस घट लैके उन्होंने असीं शॉर्ट करते हैं, जिस दे विच जिहड़े कॉपर लॉस असीं फाइंड आउट करते हैं। नैक्सट क्वेश्चन है कि ओपन सर्किट टैसट विच कॉपर लॉस नहीं आंदा। क्यों नहीं आंदा? क्योंकि इस दे विच नो लोड करंट जिहड़ा काफ़ी घट हुंदा है, क्योंकि सैकेंडरी साइड ते लोड जिहड़ा कनैक्ट नहीं हुंदा, ते लोड कनैक्ट ना होने करके इस दे विच जिहड़ा करंट है उसकी जी वैल्यू बहुत ही घट होंदी है, इस कारण कॉपर लॉस उस दे विच नहीं आते। नैक्सट क्वेश्चन 39 है, जिस दे विच है कि बक्कल रिले ट्रांसफार्मर नूं किस किस्म के नुकसान तो बचाउंदी है। तो इसका राइट आंसर जी अंदरूनी नुक्स। जदों कोई ट्रांसफार्मर दे विच पावर ट्रांसफार्मर दे विच कोई अंदरूनी नुक्स पैंदा है तो बक्कल रिले उसनूं जिहड़ी है वो प्रोटैक्ट करती है। बक्कल रिले किस कारण हरकत विच आंदी है? ट्रांसफार्मर दे विच गैस उत्पन्न होने दे कारण जिहड़ी बक्कल रिले है वो हरकत दे विच आंदी है। नैक्सट क्वेश्चन है बक्कल रिले किहड़ी जगह ते लगाई जाती है? ਇਹ ਕੰਜ਼ਰਵੇਟਰ ਤੇ ਟਰਾਂਸਫਾਰਮਰ ਟੈਂਕ ਦੇ ਵਿਚਾਲੇ ਲਗਾਈ ਜਾਂਦੀ ਹੈ। ਕੰਜ਼ਰਵੇਟਰ ਅਤੇ ਟਰਾਂਸਫਾਰਮਰ ਟੈਂਕ ਦੇ ਵਿਚਾਲੇ ਲਾਈ ਜਾਂਦੀ ਹੈ। ਉਸ ਤੋਂ ਬਾਅਦ ਹੈ ਕਿ ਆਟੋ ਟਰਾਂਸਫਾਰਮਰ ਦੇ ਵਿੱਚ ਕਿੰਨੀਆਂ ਵਾਈਂਡਿੰਗ ਹੁੰਦੀਆਂ ਹਨ? ਆਟੋ ਟਰਾਂਸਫਾਰਮਰ ਦੇ ਜਿਹੜੀ ਵਾਈਂਡਿੰਗ ਹੈ ਉਹ ਇੱਕ ਹੀ ਹੁੰਦੀ ਹੈ। ਇੱਕ ਹੀ ਕੋਇਲ ਦੇ ਉੱਪਰ ਪ੍ਰਾਇਮਰੀ ਔਰ ਸੈਕੰਡਰੀ ਜਿਹੜੀ ਵਾਈਂਡਿੰਗ ਹੈ ਕੀਤੀ ਜਾਂਦੀ ਹੈ। ਇਸ ਕਰਕੇ ਅਸੀਂ ਕਹਿੰਦੇ ਕਿ ਜਿਹੜਾ ਆਟੋ ਟਰਾਂਸਫਾਰਮਰ ਹੈ ਉਸ ਵਿੱਚ ਕਿੰਨੀਆਂ ਵਾਈਂਡਿੰਗ ਹੁੰਦੀਆਂ ਹਨ? ਇੱਕ ਵਾਈਂਡਿੰਗ ਹੁੰਦੀ ਹੈ। ਔਰ ਉਸ ਤੋਂ ਬਾਅਦ ਹੈ ਟਰਾਂਸਫਾਰਮਰ ਨੂੰ ਠੰਡਾ ਰੱਖਣ ਦੀ ਜਿਹੜੀਆਂ ਵਿਧੀਆਂ ਅਸੀਂ ਪਿੱਛੇ ਦੇਖਿਆ ਕਿ ONAN ਜਿਹਦੀ ਫੁੱਲ ਫੋਰਮ ਹੁੰਦੀ ਹੈ ਕਿ ਨੈਚੁਰਲ ਆਇਲ ਨੈਚੁਰਲ ਅਤੇ ਏਅਰ ਨੈਚੁਰਲ। ਤੇਲ ਅਤੇ ਹਵਾ ਦੇ ਕੁਦਰਤੀ ਬਹਾਓ ਦੇ ਨਾਲ ਇਹਨੂੰ ਠੰਡਾ ਕਰਦੇ ਹਾਂ। ਉਸ ਤੋਂ ਬਾਅਦ ਆਇਲ ਨੈਚੁਰਲ ਅਤੇ ਏਅਰ ਬਲਾਸਟ ਜਿਹਨੂੰ ਅਸੀਂ ਕਹਿੰਦੇ ONAB ਤੇਲ ਦੇ ਕੁਦਰਤੀ ਬਹਾਓ ਅਤੇ ਬਹਾਅ ਦੇ ਵੱਲ ਪੂਰਕ ਬਹਾਅ ਦੇ ਨਾਲ ਇਹਨੂੰ ਜਿਹੜਾ ਠੰਡਾ ਕੀਤਾ ਜਾਂਦਾ ਹੈ। ਉਸ ਤੋਂ ਬਾਅਦ ਹੈ ਆਇਲ ਫੋਰਸਡ ਏਅਰ ਬਲਾਸਟ। ਇਸ ਕਿਸਮ ਦੀ ਜਿਹੜੀ ਕੂਲਿੰਗ ਹੈ ਉਹ ਤੇਲ ਦਾ ਬਹਾਅ ਪੰਪਾਂ ਦੀ ਮਦਦ ਦੇ ਨਾਲ ਇਹ ਵਿਧੀ 100 MVA ਅਤੇ ਇਸ ਤੋਂ ਉੱਪਰ ਸਮਰੱਥਾ ਵਾਲੇ ਜਿਹੜੇ ਟਰਾਂਸਫਾਰਮਰ ਹੈ ਉੱਥੇ ਵਰਤਦੇ ਜੀ, ਜਿਨ੍ਹਾਂ ਦੀ ਕੈਪੈਸਿਟੀ ਹੈ 100 MVA ਅਤੇ ਇਸ ਤੋਂ ਉੱਪਰਲੀ ਸਮਰੱਥਾ ਵਾਲੇ ਜਿਹੜੇ ਟਰਾਂਸਫਾਰਮਰ ਹੈ ਉਹਨਾਂ ਵਿੱਚ ਅਸੀਂ ਜਿਹੜੀ ਕੂਲਿੰਗ ਹੈ ਏਅਰ ਆਇਲ ਫੋਰਸਡ ਏਅਰ ਬਲਾਸਟ ਜਿਹੜੀ ਅਸੀਂ ਉਹ ਯੂਜ਼ ਕਰਦੇ ਹਾਂ। तो नैक्सट पार्ट असी अगली वीडियो में डिस्कस करांगे। अगर तुहानूं वीडियो अच्छी लगी तो वीडियो लाइक और शेयर जरूर करना। धन्यवाद। जय हिंद।